ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇਖਣ ਵਾਲੇ ਸਾਰੇ ਸਾਡੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਾਰਿਆਂ ਦੇ ਜਿਹੜੇ ਇਹਨੂੰ ਦੇਖਦੇ ਆ, ਸ਼ੇਅਰ ਕਰਦੇ ਆ, ਤੇ ਅਸੀਂ ਰਿਕੁਐਸਟ ਵੀ ਕਰਦੇ ਹਾਂ ਕਿ ਹੋਰ ਵੀ ਇਹਨੂੰ ਅੱਗੇ ਜਿਉਂ-ਜਿਉਂ ਦੇਖਿਆ ਕਰੋ ਤਿਉਂ ਲਾਈਕ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ ਤੇ ਸਾਰੇ ਸੱਜਣਾਂ ਨੂੰ, ਤਾਂ ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਦਾ ਮੈਸੇਜ ਪਹੁੰਚਾ ਸਕੀਏ। ਅਸੀਂ ਪਿਛਲੇ 2 ਪ੍ਰੋਗਰਾਮ ਜਿਹੜੇ ਕੀਤੇ ਆ ਉਹਦੇ ਵਿੱਚ ਗੁਰਬਾਣੀ ਦੀ ਟਰਮੀਨੋਲੋਜੀ ਸਿੱਖਣ ਲਈ ਅਸੀਂ ਯਤਨ ਕੀਤਾ। ਉਹ ਅਸੀਂ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਸਾਡੇ ਨਾਲ ਹਰ ਵੇਲੇ ਹੁੰਦੇ ਆ, ਉਹ ਸਾਨੂੰ ਗਾਈਡ ਕਰਦੇ ਆ, ਦੱਸਦੇ ਆ। ਅਸੀਂ ਉਸੇ ਹੀ ਸ਼ਲੋਕ ਨੂੰ ਲੈ ਕੇ 9ਵੇਂ ਪਾਤਸ਼ਾਹ ਦਾ ਸ਼ਲੋਕ ਜਿਹੜਾ ਲਿੱਤਾ ਹੋਇਆ ਉਹਦੀ ਟਰਮੀਨੋਲੋਜੀ ਬਾਰੇ ਕੀਤਾ ਕਿ ਗੁਰਬਾਣੀ ਕਿਸ ਤਰੀਕੇ ਨਾਲ ਅਸੀਂ ਉਹਦਾ ਭਾਵ ਅਰਥ ਕਿੱਦਾਂ ਸਮਝਣਾ। ਉਸੇ ਦੇ ਵਿੱਚੋਂ ਇੱਕ ਕੁਐਸਚਨ ਉੱਠਦਾ ਕਿਉਂਕਿ ਸੁੱਖ ਕੀ ਹੈ, ਉਹ ਸੁੱਖ ਗੁਰਬਾਣੀ ਦੇ ਮੁਤਾਬਿਕ ਕੀ ਹੈ, ਕਿਹੜੇ ਸੁੱਖ ਨੂੰ ਭਾਲਦੇ ਹਾਂ। ਅਸੀਂ ਅੱਜ ਇਸ ਪੁਆਇੰਟ ਤੇ ਡਿਸਕਸ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਸਰੀਰਕ ਸੁੱਖ ਦੇਖਦੇ ਹਾਂ ਤੇ ਗੁਰੂਆਂ ਦੇ ਵਿੱਚ ਅਸੀਂ ਆਮ ਹਿਸਟਰੀ 'ਚ ਦੇਖਦੇ ਹਾਂ ਕਿ ਗੁਰੂਆਂ ਨੇ ਕੋਈ ਜਿਹੜਾ ਸਰੀਰਕ ਰੂਪ ਵਿੱਚ ਕਿੰਨੇ ਕਸ਼ਟ ਸਹਿਲੇ, ਕੀ ਉਹ ਸੁੱਖ ਸੀ ਕਿ ਮਨ ਦਾ ਸੁੱਖ ਹੈ, ਤੇ ਸੁੱਖਾਂ ਦੀਆਂ ਵੀ ਕਈ ਡੈਫੀਨੇਸ਼ਨ ਹੈ। ਸੋ ਉਹਨਾਂ ਬਾਰੇ ਅੱਜ ਅਸੀਂ ਚਰਚਾ ਕਰਨਾ ਚਾਹੁੰਦੇ ਹਾਂ। ਭਾਈ ਸਾਹਿਬ, ਪਹਿਲੇ ਤਾਂ ਤੁਹਾਡਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿੱਦਾਂ ਅਸੀਂ ਕਿਹਾ ਕਿ ਸੁੱਖ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਸ਼ਬਦਾਵਲੀ ਪਾਵਰਸ ਅਸੀਂ ਸਿੱਖਿਆ ਕਿ ਗੁਰਬਾਣੀ ਦੇ ਵਿੱਚੋਂ ਲੈਣਾ। ਹੁਣ ਅਸੀਂ ਸੁੱਖ ਬਾਰੇ ਗੱਲ ਕਰੀਏ ਕਿ ਕਿਹੜੇ ਸੁੱਖ ਦੀ ਗੱਲ ਕਰਦੇ ਹਾਂ, ਗੁਰੂ ਕੋਲੋਂ ਕਿਹੜਾ ਸੁੱਖ ਮਿਲਦਾ ਤੇ ਕਿਸ ਤਰੀਕੇ ਨਾਲ ਆ। ਹਾਂ ਜੀ, ਦੇਖੋ ਜਿਹੜੀ ਗੁਰਬਾਣੀ ਦੀ ਸ਼ਬਦਾਵਲੀ ਦੀ ਗੱਲ ਆ ਉਹ ਆਪਾਂ ਜਿਹੜੇ ਪਹਿਲਾਂ 2 ਪ੍ਰੋਗਰਾਮ ਆ ਉਹਨਾਂ ਵਿੱਚ ਸੰਖੇਪ ਵਿੱਚ ਆਪਾਂ ਚਰਚਾ ਕੀਤੀ ਸੀਗੀ। ਕਿਉਂਕਿ ਜਿਹੜਾ ਸਵਾਲ ਆਇਆ ਸੀਗਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਸੰਬੰਧੀ ਸੀਗਾ ਕਿ ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਕੀਲੇ। ਤੋ ਪ੍ਰਭੂ ਦੀ ਸ਼ਰਨ ਵਿੱਚ ਆਉਣ ਨਾਲ ਮਨੁੱਖ ਨੂੰ ਸੁੱਖ ਮਿਲਦਾ। ਗੁਰੂ ਸਾਹਿਬ ਨੇ ਬੜੇ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਇਹ ਗੱਲ ਦ੍ਰਿੜ ਕਰਵਾ ਦਿੱਤੀ ਕਿ ਜਿਹੜਾ ਵੀ ਕੋਈ ਸੁੱਖ ਦਾ ਇੱਛਾਵਾਨ ਆ, ਚਾਹਤ ਰੱਖਦਾ, ਤਾਂ ਸੁੱਖ ਪ੍ਰਾਪਤੀ ਦਾ ਕੇਵਲ ਆਹੀ ਮਾਰਗ ਆ, ਸਾਧਨਾ। ਉਹ ਸਾਧਨਾ ਪ੍ਰਭੂ ਦੀ ਸ਼ਰਨ। ਗੁਰਬਾਣੀ ਵਿੱਚ ਇਸ ਭਾਵ ਦੇ ਬਹੁਤ ਸਾਰੇ ਸ਼ਬਦ ਆ। ਤੋ ਇਸ ਲਈ ਆਮ ਤੌਰ ਤੇ ਜਦੋਂ ਗੁਰਬਾਣੀ ਦੀ ਇਹੋ ਜਿਹੀ ਸ਼ਬਦਾਵਲੀ ਦਾ ਅਸੀਂ ਦਰਸ਼ਨ ਕਰਦੇ ਹਾਂ, ਪੜ੍ਹਦੇ ਸੁਣਦੇ ਹਾਂ, ਤਾਂ ਜਿਹੜਾ ਸਾਡੀ ਜੋ ਡੈਫੀਨੇਸ਼ਨ ਆ, ਸਾਡੀ ਜੋ ਪਰਿਭਾਸ਼ਾ ਇਹਨਾਂ ਸ਼ਬਦਾਂ ਬਾਰੇ, ਸਾਡਾ ਜ਼ਿਆਦਾਤਰ ਧਿਆਨ ਇਸ ਪਰਿਭਾਸ਼ਾ ਵੱਲ ਹੀ ਚਲਾ ਜਾਂਦਾ। ਜਿਹੜਾ ਆਪਾਂ ਸੁੱਖ ਤੱਕ ਹੀ ਸੀਮਿਤ ਰਹੀਏ। ਜਦੋਂ ਗੁਰਬਾਣੀ ਵਿੱਚ ਸੁੱਖ ਦੀ ਗੱਲ ਆਉਂਦੀ ਆ ਤਾਂ ਹਮੇਸ਼ਾ ਅਸੀਂ ਸਾਰਿਆਂ ਬਾਰੇ ਤਾਂ ਨਹੀਂ ਕਹਿ ਸਕਦੇ, ਪਰ ਇਹ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਅਸੀਂ ਸੁੱਖ ਤੋਂ ਭਾਵ ਇਹੀ ਲੈਂਦੇ ਹਾਂ ਜੋ ਸਾਡੇ ਕੋਸ਼ਾਂ ਵਿੱਚ, ਸਾਡੀਆਂ ਡਿਕਸ਼ਨਰੀਆਂ ਵਿੱਚ ਸੁੱਖ ਦੀ ਜਿਹੜੀ ਪਰਿਭਾਸ਼ਾ ਕੀਤੀ ਹੋਈ ਆ, ਜਿਸ ਨੂੰ ਅਸੀਂ ਸੁੱਖ ਸਮਝਦੇ ਹਾਂ। ਜੇ ਹੋਰ ਸੌਖੇ ਸ਼ਬਦਾਂ ਵਿੱਚ ਆਖਣਾ ਹੋਵੇ, ਜੋ ਸਾਡੀ ਦ੍ਰਿਸ਼ਟੀ ਵਿੱਚ, ਸਾਡੀ ਜਾਚੇ ਜੋ ਸੁੱਖ ਆ, ਅਸੀਂ ਗੁਰਬਾਣੀ ਵਿੱਚ ਵਰਤੇ ਗਏ ਸੁੱਖ ਸ਼ਬਦ ਨੂੰ ਅਸੀਂ ਇਸੇ ਅਰਥ ਵਿੱਚ ਲੈਂਦੇ ਹਾਂ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਗੁਰਬਾਣੀ ਵਿੱਚ ਸੁੱਖ ਸ਼ਬਦ ਇਸ ਅਰਥ ਵਿੱਚ ਵੀ ਵਰਤਿਆ ਗਿਆ। ਇੱਕ ਥਾਂ ਨਹੀਂ ਬਲਕਿ ਕਈ ਥਾਈਂ ਸੁੱਖ ਤੋਂ ਭਾਵ ਇਸ ਸੁੱਖ ਤੋਂ ਹੀ ਆ। ਜਿਵੇਂ ਉਦਾਹਰਨ ਵਜੋਂ ਜਦੋਂ ਗੁਰੂ ਸਾਹਿਬ ਕਹਿੰਦੇ ਆ, ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਜਾਂ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੋਂ ਦਿਸ ਘੇਰੈ, ਬਿਬਤ ਬਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਨਿਰਸੰਦੇਹ ਇੱਥੇ ਸੁੱਖ ਤੋਂ ਭਾਵ ਜੋ ਅਸੀਂ ਸੁੱਖ ਲੈਂਦੇ ਹਾਂ ਜਾਂ ਅਸੀਂ ਸਮਝਦੇ ਹਾਂ, ਇੱਥੇ ਸੁੱਖ ਤੋਂ ਇਹੀ ਭਾਵ ਆ। ਇਹ ਜਿਹੜਾ ਸੁੱਖ ਆ, ਇਹ ਸੁੱਖ ਜਿਹੜਾ ਦੂਜੇ ਸ਼ਬਦਾਂ ਵਿੱਚ ਜੋ ਸਹੂਲਤਾਂ, ਸੁਵਿਧਾਵਾਂ, ਅਸੀਂ ਇਹਨਾਂ ਨੂੰ ਸੁੱਖ ਮੰਨੀ ਬੈਠੇ ਹਾਂ। ਜਿਹੜਾ ਸੁੱਖ ਦੂਜੇ ਸ਼ਬਦਾਂ ਵਿੱਚ ਸਾਨੂੰ ਦੂਜਿਆਂ ਕੋਲੋਂ ਮਿਲਦਾ, ਬਾਹਰੋਂ ਮਿਲਦਾ,
ਜੋ ਅਸੀਂ ਆਪਣੇ ਅੰਦਰੋਂ ਪੈਦਾ ਨਹੀਂ ਕਰਦੇ, ਸਾਡੇ ਅੰਦਰੋਂ ਉਤਪੰਨ ਨਹੀਂ ਹੁੰਦਾ, ਬਲਕਿ ਜੋ ਸਾਨੂੰ ਦੂਜਿਆਂ ਰਾਹੀਂ ਮਿਲਦਾ, ਠੀਕ ਹੈ। ਉਹ ਦੂਜੇ ਸ਼ਬਦਾਂ ਵਿੱਚ ਜਿਹੜੀ ਆ ਉਹ ਸਹੂਲਤਾਂ, ਸੁਵਿਧਾਵਾਂ, ਅਸੀਂ ਸੁਵਿਧਾਵਾਂ ਨੂੰ ਜਿਹੜਾ ਉਹੀ ਸੁੱਖ ਸਮਝਿਆ ਹੋਇਆ। ਇਸ ਲਈ ਜਿੰਨਾ ਕਿਸੇ ਕੋਲ ਵੱਧ ਸਹੂਲਤਾਂ ਉਹ ਮਨ ਨੂੰ ਮਿਲ ਰਹੀਆਂ, ਮੰਨ ਰਹੇ ਆ, ਅਸੀਂ ਸਮਝਦੇ ਹਾਂ ਕਿ ਉਹ ਬਹੁਤ ਜ਼ਿਆਦਾ ਉਨਾ ਹੀ ਸੁਖੀ ਆ। ਜਦ ਕਿ ਹਕੀਕਤ ਇਹ ਆ ਕਿ ਜਿੰਨੀਆਂ ਕਿਸੇ ਕੋਲ ਵੱਧ ਸਹੂਲਤਾਂ, ਮਾਨਸਿਕ ਤੌਰ ਤੇ ਉਹ ਉਨਾ ਹੀ ਪਰੇਸ਼ਾਨ ਨਜ਼ਰ ਆਊਗਾ। ਇਸ ਲਈ ਅਸੀਂ ਆਮ ਜਿਹੜੇ ਸਮਾਜ ਵਿਗਿਆਨੀ ਆ, ਜਦੋਂ ਉਹਨਾਂ ਨੇ ਚੌਗਿਰਦੇ ਵੱਲ ਨਜ਼ਰ ਮਾਰ ਕੇ ਮਨੁੱਖ ਦੀਆਂ ਪਰੇਸ਼ਾਨੀਆਂ ਨੂੰ ਨੇੜਿਓਂ ਦੇਖ ਕੇ ਮਹਿਸੂਸ ਕੀਤਾ ਵੀ ਕਿਉਂ ਆ ਔਰ ਕਿਵੇਂ ਦੂਰ ਹੋ ਸਕਦੀਆਂ, ਤਾਂ ਉਹਨਾਂ ਨੇ ਕਿਸੇ ਸਮੇਂ ਐਸਾ ਆਖਿਆ ਸੀਗਾ ਕਿ ਜੇਕਰ ਮਨੁੱਖ ਕੋਲ ਕੁੱਲੀ, ਜੁੱਲੀ, ਗੁੱਲੀ, ਇਹ ਤਿੰਨ ਚੀਜ਼ਾਂ ਮਨੁੱਖ ਨੂੰ ਮਿਲ ਜਾਣ ਤਾਂ ਦੁੱਖਾਂ ਦਾ ਨਾਸ਼ ਹੋ ਜਾਊਗਾ, ਮਨੁੱਖ ਦੀਆਂ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਦਾ ਅੰਤ ਹੋ ਜਾਊਗਾ। ਪਰ ਅਸੀਂ ਦੇਖਦੇ ਹਾਂ, ਜੇ ਅਸੀਂ ਇਹਨਾਂ ਪੱਛਮੀ ਮੁਲਕਾਂ ਦੀ ਗੱਲ ਕਰੀਏ ਤਾਂ ਆਮ ਮਨੁੱਖਾਂ ਕੋਲ ਰਹਿਣ ਨੂੰ ਬੜੇ ਵਧੀਆ ਆਲੀਸ਼ਾਨ ਮਹੱਲਾਂ ਵਰਗੇ ਘਰ ਆ, ਸਵਾਰੀਆਂ ਸਾਧਨ ਆ, ਖਾਣ ਪੀਣ ਦੀ ਕੋਈ ਕਮੀ ਨਹੀਂ, ਪਹਿਨਣ ਦੀ ਕੋਈ ਕਮੀ ਨਹੀਂ। ਪਰ ਇਹ ਸੱਚ ਆ, ਇਹ ਜ਼ਮੀਨੀ ਹਕੀਕਤ ਆ ਕਿ ਜਿੰਨਾ ਮਾਨਸਿਕ ਤੌਰ ਤੇ ਪੱਛਮੀ ਜਗਤ ਸਾਹਮਣਾ ਕਰ ਰਿਹਾ, ਇਹਨਾਂ ਗਰੀਬ ਤੋਂ ਗਰੀਬ ਮੁਲਕ ਦਾ ਰਹਿਣ ਵਾਲਾ ਵੀ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰ ਰਿਹਾ। ਤੋ ਇਸ ਲਈ ਗੱਲ ਬੜੀ ਸਪਸ਼ਟ ਆ ਕਿ ਜਿਹੜੇ ਸੁੱਖ ਦੀ ਬਾਣੀ ਗੱਲ ਕਰ ਰਹੀ ਆ, ਜਾਂ ਬਾਣੀ ਨਾਲ ਜੁੜੇ ਆ, ਪ੍ਰਭੂ ਦੀ ਸ਼ਰਨ ਵਿੱਚ ਆਏ ਆ, ਗੁਰੂ ਦੀ ਮੱਤ ਲਏ ਆ, ਜਿਹੜਾ ਮਨੁੱਖ ਨੂੰ ਸੁੱਖ ਮਿਲਦਾ, ਉਹ ਸੁੱਖ ਇਹ ਸੁੱਖ ਨੇ। ਇਹ ਗੱਲ ਸਾਨੂੰ ਸਪਸ਼ਟ ਹੋਣੀ ਚਾਹੀਦੀ ਆ। ਇਸ ਲਈ ਮਹਾਰਾਜ ਜਿਹੜਾ ਬਾਣੀ ਵਿੱਚ ਜਦੋਂ ਐਸਾ ਖਿਆਲ ਦਿੰਦੇ ਆ, ਕਹਿੰਦੇ ਆ ਸੁੱਖ ਨਾਹੀਂ ਬਹੁਤੈ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਤ ਨਾਟੇ, ਸੁੱਖ ਨਾਹੀਂ ਬੋ ਦੇਸ਼ ਕਮਾਏ। ਆਮ ਮਨੁੱਖ ਸਮਝਦਾ ਕਿ ਸ਼ਾਇਦ ਮੈਨੂੰ ਇਹ ਮਿਲ ਜਾਵੇ, ਆਹ ਮਿਲ ਜਾਵੇ, ਉਹ ਮਿਲ ਜਾਵੇ, ਆਹ ਪ੍ਰਾਪਤੀ ਕਰ ਲਵਾਂ, ਮੈਂ ਸੁਖੀ ਹੋ ਜਾਊਂਗਾ। ਪਰ ਜਦੋਂ ਉਹ ਚੀਜ਼ ਮਿਲ ਜਾਂਦੀ ਆ, ਕੁਝ ਛਿਨਾਂ ਬਾਅਦ ਹੀ ਉਹ ਖੁਸ਼ੀ ਜਿਹੜੀ ਆ ਉਹ ਸ਼ਾਈਮਾਈ ਹੋ ਜਾਂਦੀ ਆ, ਔਰ ਨਵੀਂ ਖੁਸ਼ੀ ਦੇ ਵਿੱਚ ਪ੍ਰਾਪਤੀ ਲਈ ਮਨੁੱਖ ਤਲਾਸ਼ ਕਰਨ ਲੱਗ ਪੈਂਦਾ। ਤਾਂ ਗੁਰਬਾਣੀ ਵਿੱਚ ਜਿਹੜਾ ਇਹ ਸੁੱਖ ਜਿਹੜਾ, ਇਹਦੇ ਬਾਰੇ ਬੜੇ ਸਪਸ਼ਟ ਰੂਪ ਵਿੱਚ ਆਖਿਆ। ਜਿਵੇਂ ਮਹਾਰਾਜ ਦੇ ਦੋ ਆਪਾਂ ਪਾਵਨ ਜਿਹੜੇ ਸ਼ਬਦ ਆ ਉਹ ਦਰਸ਼ਕਾਂ ਨਾਲ ਸਾਂਝੇ ਕਰੀਏ, ਤਾਂ ਕਿ ਹੋਰ ਜਿਹੜਾ ਇਹ ਪਾਖਾ ਇਹ ਸਾਡੇ ਦਰਸ਼ਕ ਨੂੰ ਬਾਣੀ ਵਿੱਚੋਂ ਵੇਖ ਸਕਣ। ਜਿਵੇਂ ਮਹਾਰਾਜ ਫਰਮਾਉਂਦੇ ਆ ਕਿ ਬਹੁ ਰੰਗ ਮਾਇਆ ਬਹੁਵਿਧ ਪੇਖੀ, ਕਲਮ ਕਾਗਦ ਸਿਆਣਪ ਲੇਖੀ, ਮਹਿਰ ਮਲੁਕ ਹੋਏ ਦੇਖਿਆ ਖਾਨ, ਤਾਤੇ ਨਾਹੀ ਮਨ ਤ੍ਰਿਪਤਾਨ। ਫਿਰ ਹੋਰ ਅੱਗੇ ਆਖਿਆ ਕਿ ਅਸ ਪਵਨ ਹਸਤ ਅਸਵਾਰੀ, ਚੋਆ ਚੰਦਨ ਸੇ ਸੁੰਦਰ ਨਾਰੀ, ਨਟ ਨਾਟਕ ਆਖਾਰੇ ਗਾਇਆ, ਤਾ ਮਹਿ ਮਨ ਸੰਤੋਖ ਨਾ ਪਾਇਆ। ਤਖਤ ਸਭਾ ਮੰਡਨ ਦੋਲੀਚੇ, ਸਗਲ ਮੇਵੇ ਸੁੰਦਰ ਬਾਗੀਚੇ, ਆਖੇੜ ਬਿਰਤ ਰਾਜਨ ਕੀ ਲੀਲਾ, ਮਨ ਨਾ ਸੁਹੇਲਾ ਪਰਪੰਜ ਹੀਲਾ। ਮਹਾਰਾਜ ਜਿਹਨੇ ਵੀ ਇਹ ਸਾਧਨ ਆ, ਜਿਨ੍ਹਾਂ ਲਈ ਆਮ ਮਨੁੱਖ ਸਮਝਦਾ ਕਿ ਸ਼ਾਇਦ ਜੇ ਮੇਰੇ ਕੋਲ ਇਹ ਆ ਜਾਣ ਤਾਂ ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਜਿਨ੍ਹਾਂ ਇਹ ਕੁਝ ਮਾਣ ਕੇ ਵੀ, ਪ੍ਰਾਪਤ ਕਰਕੇ, ਹਾਸਲ ਕਰਕੇ ਵੀ ਉਹ ਤ੍ਰਿਪਤ ਨਹੀਂ ਹੁੰਦਾ, ਸੰਤੁਸ਼ਟ ਨਹੀਂ ਹੁੰਦਾ, ਸੁਖੀ ਨਹੀਂ ਹੁੰਦਾ। ਤਾਂ ਮਹਾਰਾਜ ਨੇ ਇਸ ਲਈ ਆਪ ਹੀ ਇਹ ਸਵਾਲ ਉਠਾਇਆ ਬਾਣੀ ਵਿੱਚ। ਮੰਨ ਲਓ ਜਿਹੜੇ ਮਨੁੱਖ ਸੁਖ ਦੀ ਤਲਾਸ਼ ਵਿੱਚ ਆ, ਮੰਨ ਲਓ ਉਹਨਾਂ ਦੀ ਰਹਿਨੁਮਾਈ ਕਰਦੇ ਹੋਏ ਆ, ਫਿਰ ਮਹਾਰਾਜ ਇੰਜ ਫਰਮਾਉਂਦੇ ਆ ਕਿ ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ। ਇਹ ਰਾਉ ਦੀਆਂ ਪੰਕਤੀਆਂ, ਔਰ ਫਿਰ ਆਪ ਹੀ ਮਹਾਰਾਜ ਇਹਦਾ ਵਿਸਤਾਰ ਕਰਦੇ ਆ, ਕਹਿੰਦੇ ਆ ਕਿ ਕੁਸ਼ਲ ਨਾ ਗ੍ਰਹਿ ਮੇਰੀ ਸਭ ਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ। ਇਹ ਜਿਹੜੀਆਂ ਪੰਕਤੀਆਂ ਮਹਾਰਾਜ ਇਹਨਾਂ ਤੋਂ ਫਿਰ ਅੱਗੇ ਹੋਰ ਵਿਸਤਾਰ ਕਰਦੇ ਆ, ਕਹਿੰਦੇ ਆ ਕਿ ਹਸਤੀ ਘੋੜੇ ਦੇਖ ਵਿਗਾਸਾ, ਲਸ਼ਕਰ ਜੋੜੇ ਨੇਬ ਖਵਾਸਾ, ਗਲ ਜੇਵੜੀ ਹਉਮੈ ਕੇ ਫਾਸਾ, ਰਾਜ ਕਮਾਵੈ ਦਹ ਦਿਸ ਸਾਰੀ, ਮਾਨੈ ਰੰਗ ਭੋਗ ਵੋਹ ਨਾਰੀ, ਜੋ ਨਰਪਤ ਸੁਪਨੇ ਪੇਖਾਰੀ।
ਔਰ ਇਹਨਾਂ ਦਾ ਜ਼ਿਕਰ ਕਰ, ਫਿਰ ਮਹਾਰਾਜ ਸਾਡਾ ਇਸ ਪਹਿਲੂ ਵੱਲ ਧਿਆਨ ਦਿਵਾਉਂਦੇ ਆ ਕਿ ਇਹ ਜਿਹੜੇ ਸਾਧਨ ਆ ਇਹਨਾਂ ਵਿੱਚ ਸੁੱਖ ਨਹੀਂ, ਸੰਤੁਸ਼ਟੀ ਨਹੀਂ, ਸ਼ਾਂਤੀ ਨਹੀਂ, ਚੈਨ ਨਹੀਂ। ਪਰ ਹਾਂ, ਮੈਂ ਜਦੋਂ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਦੇ ਉਪਦੇਸ਼ ਨੂੰ ਸਮਝਿਆ, ਵਿਚਾਰਿਆ, ਕੋਖਿਆ, ਤਾਂ ਫਿਰ ਗੁਰੂ ਨੇ, ਗੁਰੂ ਦੇ ਸ਼ਬਦ ਨੇ, ਗੁਰੂ ਦੀ ਮੱਤ ਨੇ, ਗੁਰੂ ਦੇ ਉਪਦੇਸ਼ ਨੇ ਇਹ ਜਿਹੜੀ ਮੈਨੂੰ ਸੋਝੀ ਦਿੱਤੀ, ਸਮਝ ਦਿੱਤੀ। ਇੱਕ ਕੁਸ਼ਲ ਮੋਹ ਕੋ ਸਤਿਗੁਰੂ ਬਤਾਇਆ। ਗੁਰੂ ਨੇ ਇਹ ਜਿਹੜਾ ਕੁਸ਼ਲ ਆ, ਸੁੱਖ ਆ, ਸ਼ਾਂਤੀ ਆ, ਸਕੂਨ ਆ, ਉਹਦਾ ਰਾਜ ਰਹੱਸ ਗੁਰੂ ਨੇ ਦ੍ਰਿੜ ਕਰਵਾਇਆ। ਉਹ ਕੀ ਕਿ ਹਰ ਜੋ ਕਿਛ ਕਰੇ ਸੋ ਹਰ ਕਿਆਂ ਭਗਤਾਂ ਪਾਇਆ। ਜਨ ਨਾਨਕ ਹਉਮੈ ਮਾਰ ਸਮਾਇਆ। ਇਹ ਸ਼ਬਦ ਦੇ ਜਿਹੜੇ ਆ ਉਹ ਅਖੀਰਲੀ ਜਿਹੜੀਆਂ ਪੰਕਤੀਆਂ ਉਹਨਾਂ ਵਿੱਚ ਮਹਾਰਾਜ ਗੁਰਮਾਉਂਦੇ ਆ, ਇਨ ਬਿਦ ਕੁਸ਼ਲ ਹੋਤ ਮੇਰੇ ਭਾਈ, ਕਿ ਜੇਕਰ ਤੂੰ ਸੱਚਮੁੱਚ ਸੁੱਖ ਚਾਹੁੰਨਾ ਤਾਂ ਭਾਈ ਇਸ ਵਿਧੀ ਨਾਲ, ਇਸ ਜੁਗਤੀ ਨਾਲ। ਕਿਹੜੀ ਜੁਗਤੀ? ਜਿਹੜੀ ਇਸ ਦੂਜੇ ਰਹਾਉ ਤੋਂ ਪਹਿਲੀਆਂ ਪੰਕਤੀਆਂ ਵਿੱਚ ਪਹਿਲੀ ਪੰਕਤੀ ਵੀ ਦਸੀ ਮਹਾਰਾਜ ਨੇ ਕਿ ਏਕ ਕੁਸ਼ਲ ਮੋਹ ਕੋ ਸਤਿਗੁਰੂ ਬਤਾਇਆ। ਹਰ ਜੋ ਕਿਛ ਕਰੇ ਸੋ ਹਰ ਕਿਆਂ ਭਗਤਾਂ ਪਾਇਆ। ਜਨ ਨਾਨਕ ਹਉਮੈ ਮਾਰ ਸਮਾਇਆ। ਤਾਂ ਇਹਦੇ ਮਹਾਰਾਜ ਇਸ਼ਾਰਾ ਕਰਦੇ ਆ, ਕਹਿੰਦੇ ਆ ਕਿ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ, ਇਉਂ ਪਾਈਐ ਹਰ ਰਾਮ ਸਹਾਈ। ਇਹ ਸੁਖ ਦਾ ਰਹੱਸਾ ਜਿਹੜਾ ਗੁਰਬਾਣੀ ਵਿੱਚ ਸਾਨੂੰ ਜਿਸ ਸੁਖ ਬਾਰੇ ਦੱਸਿਆ ਗਿਆ ਕਿ ਇਹ ਸੁਖ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਮਿਲਦਾ, ਪ੍ਰਭੂ ਨੂੰ ਧਿਆਉਣ ਨਾਲ ਮਿਲਦਾ, ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨ ਨਾਲ ਮਿਲਦਾ। ਇਹ ਜਿਹੜੀ ਪਰਿਭਾਸ਼ਾ ਸੁਖ ਦੀ, ਇਹ ਨਹੀਂ ਕਿ ਅਸੀਂ ਕੋਈ ਆਪਣੇ ਵੱਲੋਂ ਕਰ ਰਹੇ ਹਾਂ। ਇਹ ਮਤਲਬ ਕਿ ਦਰਸ਼ਕ ਜਿਹੜੇ ਆ ਉਹ ਇਹ ਵੀ ਸਵਾਲ ਉਠਾਉਂਦੇ ਆ ਕਿ ਜੀ ਇਹ ਤੁਸੀਂ ਅਰਥ ਜਿਹੜੇ ਤਰੋੜ ਮਰੋੜ ਕੇ ਪੇਸ਼ ਕਰ ਰਹੇ ਹੋ, ਆਪਣੇ ਢੰਗ ਨਾਲ ਤੁਸੀਂ ਜਿਵੇਂ ਤੁਸੀਂ ਸਮਝਦੇ ਹੋ ਉਸ ਤਰ੍ਹਾਂ ਤੁਸੀਂ ਅਰਥ ਕਰ ਰਹੇ ਹੋ। ਤੁਸੀਂ ਘਰ ਅੱਗੇ ਵੀ ਕਿਉਂ ਨਾ ਬੇਨਤੀ ਕੀਤੀ ਆ ਕਿ ਜ਼ਿਆਦਾਤਰ ਅਸੀਂ ਜਿਹੜੇ ਅਰਥ ਆ ਉਹ ਪ੍ਰੋਫੈਸਰ ਸਾਹਿਬ ਸਿੰਘ ਦੇ ਲੈਨੇ ਆ, ਪਰ ਹਾਂ ਕਿਤੇ ਕਿਤੇ ਜਿਹੜੇ ਅਰਥ ਜਿਹੜੇ ਆ ਉਹ ਜ਼ਰੂਰ ਅਸੀਂ ਜਿੱਥੇ ਟੁਕਮੇ ਨਹੀਂ ਲੱਗਦੇ ਉੱਥੇ ਅਸੀਂ ਜ਼ਰੂਰ ਜਿਹੜੇ ਅਰਥ ਆ ਉਸ ਸਮੁੱਚੇ ਭਾਵ ਨੂੰ ਧਿਆਨ ਵਿੱਚ ਰੱਖ ਕੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਸੁੱਖ ਬਾਰੇ ਇਹ ਅਸੀਂ ਆਪਣੇ ਕੋਲੋਂ ਬਣਾ ਕੇ ਜਾਂ ਆਪਣੀ ਮਤ ਨਾਲ ਇਹ ਗੱਲ ਨਹੀਂ ਆਖ ਰਹੇ, ਪਰ ਕਿ ਗੁਰਬਾਣੀ ਵਿੱਚ ਹੀ ਇਸ ਸੁੱਖ ਦੀ ਮਹਾਰਾਜ ਨੇ ਪਰਿਭਾਸ਼ਾ ਕੀਤੀ ਹੋਈ ਆ। ਮੈਂ ਇੱਕ ਸ਼ਬਦ ਗੁਰੂ ਸਾਹਿਬ ਦਾ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂ ਤਾਂ ਕਿ ਅਸੀਂ ਗੁਰਬਾਣੀ ਵਿੱਚ ਜਿਹੜੇ ਗੁਰੂ ਸਾਹਿਬਾਨ ਨੇ ਖੁਦ ਦੱਸਿਆ, ਮੈਂ ਜਾਈ ਜਾ ਆਖਾਂ ਕਿ ਗੁਰੂ ਸਾਹਿਬ ਨੇ ਇਸ ਗੱਲ ਦਾ ਉੱਤਰ ਦਿੱਤਾ ਕਿ ਭਾਈ ਜਿਹੜਾ ਰਾਹ ਮੈਂ ਦੱਸ ਰਿਹਾ, ਇਸ ਰਾਹ ਤੇ ਤੁਰੇ ਜਿਹੜਾ ਸੁੱਖ ਮਿਲਦਾ, ਉਹ ਸੁੱਖ ਕਿਹੋ ਜਿਹਾ ਸੁੱਖ ਮਿਲਦਾ। ਤੇ ਮੈਂ ਐਡ ਕਰ ਦਵਾਂ ਜੀ ਕਿ ਅਸੀਂ ਜਿੱਦਾਂ ਮਟੀਰੀਅਲਿਸਟਿਕ ਸੁੱਖਾਂ ਦੀ ਗੱਲ ਕੀਤੀ, ਮੈਂ ਜ਼ਰਾ ਦੁਨਿਆਵੀ ਤੌਰ ਤੇ ਗੱਲ ਕਰ ਦਵਾਂ ਕਿ ਸੁੱਖ ਦਾ ਪਹਿਲੇ ਅਸੀਂ, ਸਾਡਾ ਕਿਸਾਨ ਜਿਹੜਾ ਸੀ ਉਹ ਕਿੱਦਾਂ ਖੇਤੀ 'ਚ ਆਪ ਜਾ ਕੇ ਹਲ ਚਲਾਉਂਦਾ ਸੀ ਜੀ, ਹੁਣ ਟਰੈਕਟਰ ਤੇ ਬੈਠ ਕੇ, 에ਅਰ ਕੰਡੀਸ਼ਨ ਟਰੈਕਟਰ ਤੇ ਬੈਠ ਕੇ ਕੰਮ ਕਰ ਰਿਹਾ, ਤੇ ਉਹ ਫਿਜ਼ੀਕਲ ਸੁੱਖ ਵਿੱਚ ਤਾਂ ਕਨਵਰਟ ਹੋ ਗਿਆ। ਐਸੇ ਤਰ੍ਹਾਂ ਟਰੈਵਲ ਹੈ, ਹੋਰ ਪਾਸੇ ਹੈ, ਅਸੀਂ ਘਰ ਬੈਠੇ ਈਵਨ ਟੀਵੀ ਰਿਮੋਟ ਰਾਹੀਂ ਚਲਾ ਰਹੇ ਹਾਂ, ਜਾਂ ਅਸੀਂ ਇਹ ਵੀ ਤਾਂ ਇੱਕ ਸੁੱਖ ਹੈ ਜਦੋਂ ਅਸੀਂ YouTube ਚੈਨਲ ਘਰਾਂ ਤੱਕ ਪਹੁੰਚਾ ਰਹੇ ਹਾਂ। ਇਹ ਵੀ ਤਾਂ ਇੱਕ ਤਰ੍ਹਾਂ ਦਾ, ਅੱਗੇ ਜਾਣਾ ਪੈਂਦਾ ਸੀ ਗੁਰਦੁਆਰੇ, ਹੁਣ ਘਰ ਬੈਠਿਆਂ ਸਾਰੇ ਦਰਬਾਰ ਸਾਹਿਬ ਤੋਂ ਹਰ ਥਾਂ ਤੋਂ ਸਾਨੂੰ ਇੱਕ ਕੀਰਤਨ ਮਿਲਣਾ। ਉਹ ਕਹਿੰਦਾ ਵੀ ਮੈਨੂੰ ਫਿਜ਼ੀਕਲ ਕੰਮ ਨਹੀਂ ਕਰਨਾ ਪੈਂਦਾ, ਫਿਜ਼ੀਕਲ ਕੰਮ ਨਾ ਕਰਨਾ ਵੀ ਤਾਂ ਇੱਕ ਸੁੱਖ ਹੈ। ਇਹ ਵੀ ਇੱਕ ਲੇਜ਼ੀਨੈਸ ਕਹਿ ਲਓ ਜਾਂ ਸੁੱਖ ਕਹਿ ਲਓ, ਜੋ ਮਰਜ਼ੀ ਇਹਦਾ ਨਾਂ ਦੇ ਲਈਏ ਅਸੀਂ, ਪਰ ਇਹ ਵੀ ਤਾਂ ਸੁੱਖ ਵਿੱਚ ਹੀ ਆਏਗਾ ਨਾ। ਉਹਨੇ ਦੇਖੋ, ਅਸੀਂ ਪਹਿਲਾਂ ਸ਼ੁਰੂ ਵਿੱਚ ਗੱਲ ਕਰ ਰਹੇ ਹਾਂ ਕਿ ਗੁਰੂ ਨੇ ਜੋ ਸਾਡੀ ਝੋਲੀ ਵਿੱਚ ਪਾਇਆ ਜਾਂ ਸਾਡੀ ਝੋਲੀ ਵਿੱਚ ਪੈਂਦਾ, ਉਹਦਾ ਜਿਹੜਾ ਸੰਬੰਧ ਆ ਉਹ ਸਾਡੇ ਮਨ ਨਾਲ ਮੁੱਖ ਰੂਪ ਵਿੱਚ। ਇਸ ਲਈ ਗੁਰੂ ਸਾਹਿਬ ਨੇ ਆਖਿਆ ਆ ਕਿ ਜੋ ਗੁਰ ਦੀਆ ਸੋ ਮਨ ਕਹਿ ਕਾਮ, ਕਿ ਭਾਈ ਗੁਰੂ ਕੋਲ ਆਉਣ ਵਾਲੇ ਆ, ਗੁਰਬਾਣੀ ਪੜ੍ਹਨ ਸੁਣ ਵਿਚਾਰਨ ਵਾਲੇ ਆ, ਇਹ ਗੱਲ ਚੰਗੀ ਤਰ੍ਹਾਂ ਪੱਲੇ ਬੰਨ ਲੈ ਕਿ ਇਸ ਘਰ ਵਿੱਚ ਤੈਨੂੰ ਜੋ ਮਿਲੂਗਾ ਉਹ ਤੇਰੇ ਮਨ ਦੇ ਕੰਮ ਆਉਣ ਵਾਲਾ। ਤਨ ਜਿਹੜਾ ਤਨ ਸੁਖੀ ਹੋਵੇ, ਜ਼ਰੂਰੀ ਨਹੀਂ ਕਿ ਮਨ ਸੁਖੀ ਹੋਊਗਾ। ਇਹ ਠੀਕ ਆ ਕਿ ਸਾਡੇ ਕੋਲ ਅੱਜ ਜਿਹੜਾ ਅਸੀਂ ਬਾਹਰ ਮੁਖੀ ਬੜੀ ਤਰੱਕੀ ਕੀਤੀ ਆ,
ਔਰ ਧਰਮ ਕੋਈ ਇਸ ਰਾਹ ਦੀ ਰੁਕਾਵਟ ਨਹੀਂ ਬਣਦਾ ਆਪਾਂ ਕਿ ਵੱਖਰਾ ਪ੍ਰੋਗਰਾਮ ਕਰਾਂਗੇ। ਹਾਂਜੀ ਪਰ ਜਿਹੜੀ ਸੁੱਖ ਦੀ ਗੱਲ ਆ, ਸ਼ਾਂਤੀ ਦੀ ਗੱਲ ਆ, ਇਹ ਕੌਣ ਨਹੀਂ ਜਾਣਦਾ। ਅਸੀਂ ਜਿਹੜੇ ਮੰਨ ਰਹੇ ਹਾਂ, ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅਸੀਂ ਆਤਮਿਕ ਤੌਰ ਤੇ ਕਿੰਨੇ ਕੁ ਸੰਤੁਸ਼ਟ ਆ, ਕਿੰਨੇ ਕੁ ਤ੍ਰਿਪਤ ਆ। ਦੇਖੋ, ਅਸੀਂ ਜੇ ਪਰਿਵਾਰਕ ਜ਼ਿੰਦਗੀ ਦੀ ਗੱਲ ਹੀ ਕਰ ਲਈਏ ਤਾਂ ਪਹਿਲਾਂ ਜਦੋਂ ਕੱਚੇ ਘਰ ਹੁੰਦੇ ਸੀ, ਇੱਕ ਕਮਰਾ ਹੁੰਦਾ ਸੀ, ਸਾਰਾ ਪਰਿਵਾਰ ਮਿਲ ਕੇ ਬੈਠਦਾ ਸੀ, ਰੋਟੀ ਇਕੱਠੇ ਬਹਿ ਕੇ ਖਾਂਦੇ ਸੀ, ਬੜਾ ਸੋਹਣਾ ਸਮਾਂ ਗੁਜ਼ਰਦਾ ਸੀ। ਇਕੱਲੇਪਣ ਦਾ ਕਿਸੇ ਨੂੰ ਜਿਹੜਾ ਅਹਿਸਾਸ ਤੱਕ ਨਹੀਂ ਸੀ ਹੁੰਦਾ। ਮਤਲਬ ਹੋਰ ਕਈ ਪਹਿਲੂ ਆ, ਆਪਾਂ ਕੇਵਲ ਸੰਕੇਤ ਮਾਤਰ ਜ਼ਿਕਰ ਕਰ ਰਹੇ ਹਾਂ। ਹਾਂਜੀ ਅੱਜ ਜਿਹੜੇ ਸਹੂਲਤਾਂ ਆ ਗਈਆਂ, ਤੇ ਕੋਈ ਸ਼ੱਕ ਆਪਾਂ ਸਹੂਲਤਾਂ ਨੂੰ ਕੰਡੈਮ ਨਹੀਂ ਕਰ ਰਹੇ ਕਿ ਨਹੀਂ ਹੋਣੀ ਚਾਹੀਦੀਆਂ, ਪਰ ਆਪਾਂ ਇੱਕ ਉਹਦੇ ਚ ਪਹਿਲੂ ਲੈ ਰਹੇ ਹਾਂ ਕਿ ਅੱਜ ਕੀ ਆ ਕਿ ਜੇ ਪਰਿਵਾਰ ਦੇ 5 ਮੈਂਬਰ ਆ, 5 ਦੇ ਵੱਖੋ ਵੱਖਰੇ ਕਮਰੇ ਆ, ਉਹ ਜਿਹੜੀ ਸਾਂਝ ਸੀ ਅੱਜ ਕੱਲ੍ਹ ਕਿਸੇ ਕੋਲ ਇਕੱਠਿਆਂ ਬੈ ਕੇ ਰੋਟੀ ਖਾਣ ਦਾ, ਪ੍ਰਸ਼ਾਦ ਛਕਣ ਦੀ ਵਿਹਲ ਹੀ ਨਹੀਂਗੀ। ਉਹ ਜਿਹੜੀ ਸਾਂਝ ਸੀ ਪਰਿਵਾਰਕ, ਉਹ ਜਿਹੜੀ ਆ ਸਾਨੂੰ ਜਿਹੜੀ ਉਹ ਕੋਈ ਨਜ਼ਰ ਨਹੀਂ ਆਉਂਦੀ। ਮਾਪੇ ਜਿਹੜੇ ਆ, ਜਿੰਨਾ ਬੰਦਾ ਜ਼ਿਆਦਾ ਅਮੀਰ ਆ, ਸਾਰਿਆਂ ਬਾਰੇ ਤਾਂ ਆਪਾਂ ਨਹੀਂ ਕਹਿ ਸਕਦੇ, ਪਰ ਜ਼ਿਆਦਾਤਰ ਜਿੰਨਾ ਬੰਦਾ ਅਮੀਰ ਆ, ਜਿੰਨੇ ਉਹਦੇ ਕੋਲ ਵੱਧ ਸਹੂਲਤਾਂ, ਉਹਨੇ ਅਮੀਰਾਂ ਦੇ ਜਿਹੜੇ ਮਾਪੇ ਆ ਉਹ ਬਿਰਧ ਆਸ਼ਰਮਾਂ ਵਿੱਚ ਆ। ਤੁਹਾਨੂੰ ਗਰੀਬ ਦਾ ਜਿਹੜਾ ਮਾਪੇ ਆ ਉਹ ਬਿਰਧ ਬਹੁਤ ਘੱਟ ਨਜ਼ਰ ਆਊਗਾ। ਤੋ ਸਾਡੇ ਚੋਂ ਇਨਸਾਨੀਅਤ ਆ, ਉਹ ਮਨੁੱਖਤਾ ਜਿਹਨੇ ਸਾਨੂੰ ਸਕੂਨ ਦੇਣਾ ਸੀਗਾ, ਸ਼ਾਂਤੀ ਦੇਣੀ ਸੀ, ਉਹ ਤਾਂ ਸ਼ਾਈਮਾਈ ਹੋ ਰਹੀ ਆ। ਉਹਦਾ ਨਜ਼ਰ ਜਿਹੜੀ ਆ ਉਹ ਦਿਨੋਂ ਦਿਨ ਅਲੋਪ ਹੁੰਦੀ ਜਾ ਰਹੀ ਆ। ਜਿੰਨਾ ਅੱਜ ਮਨੁੱਖ ਮਾਨਸਿਕ ਤੌਰ ਤੇ ਪਰੇਸ਼ਾਨ ਆ, ਇਹਨਾਂ ਮਾਨਸਿਕ ਤੌਰ ਤੇ ਕਦੀ ਮਨੁੱਖ ਇਸ ਧਰਤੀ ਉੱਤੇ ਪਰੇਸ਼ਾਨ ਨਹੀਂ ਹੋਇਆ। ਸੁੱਖ ਦੇ ਜਿਹੜੇ ਸਾਧਨ ਬਾਣੀ ਦੱਸ ਰਹੀ ਆ, ਇਹ ਜਦੋਂ ਮਨੁੱਖ ਪਾਸੇ ਸਹੂਲਤਾਂ ਨਹੀਂ ਸੀ, ਉਦੋਂ ਵੀ ਇਹੀ ਸਾਧਨ ਸੀ, ਅੱਜ ਵੀ ਇਹੀ ਆ। ਜੇ ਆਉਣ ਵਾਲੇ ਸਮੇਂ ਵਿਗਿਆਨਕ ਤੌਰ ਤੇ ਪਦਾਰਥਵਾਦ ਅਸੀਂ ਹੋਰ ਢੇਰ ਤਰੱਕੀ ਕਰ ਜਾਈਏ, ਸਾਧਨ ਸੁੱਖ ਦਾ ਫਿਰ ਵੀ ਇਹੀ ਰਹਿਣਾ, ਕਿਉਂਕਿ ਇਹ ਸੁੱਖ ਦਾ, ਸਕੂਨ ਦਾ, ਸ਼ਾਂਤੀ ਦਾ ਸੰਬੰਧ ਪਦਾਰਥਾਂ ਨਾਲ, ਮਟੀਰੀਅਲ ਨਾਲ ਹੈ ਹੀ ਨਹੀਂ। ਇਸ ਲਈ ਆਪਾਂ ਪਹਿਲਾਂ ਮਹਾਰਾਜ ਦਾ ਪਾਵਨ ਫਰਮਾਨ ਜਿਹੜਾ ਉਹ ਸਾਂਝਾ ਕੀਤਾ ਸੀਗਾ ਕਿ ਸੁੱਖ ਨਹੀਂ ਬਹੁਤਾ ਤਨ ਖਾਟੇ। ਜਿਹੜਾ ਪਾਵਨ ਫਰਮਾਨ ਵਿੱਚ ਗੁਰੂ ਸਾਹਿਬ ਬਹੁਤ ਕੁਝ ਕਹਿ ਗਏ ਆ, ਔਰ ਫਿਰ ਬਾਕੀ ਜਿਹੜਾ ਦੂਜਾ ਸ਼ਬਦ ਸਾਂਝਾ ਕੀਤਾ ਸੀਗਾ ਕਿ ਬਹੁਤ ਮਾਇਆ ਬਹੁਤ ਪੇਖੀ, ਕਲਮ ਕਾਲ ਸਿਆਣਪ ਲੇਖੀ। ਇਸ ਸ਼ਬਦ ਵਿੱਚ ਮਹਾਰਾਜ ਕਿੰਨਾ ਕੁਝ ਬਿਆਨ ਕਰ ਰਹੇ ਆ, ਜਿਨ੍ਹਾਂ ਬਾਰੇ ਮਨੁੱਖ ਸਮਝਦਾ ਕਿ ਜੇਕਰ ਮੈਨੂੰ ਆ ਮਿਲ ਜਾਵੇ ਤਾਂ ਮੇਰਾ ਜੀਵਨ ਬੜਾ ਸੁਖੀ ਹੋ ਜਾਵੇ, ਪਰ ਜਿਨ੍ਹਾਂ ਨੂੰ ਮਿਲੇ ਹੋਏ ਆ ਉਹ ਕਿਸੇ ਹੋਰ ਚੀਜ਼ ਨੂੰ ਸੁਖ ਭਾਲਦੇ ਆ। ਇਸ ਲਈ ਸਾਨੂੰ ਗੁਰੂ ਕੋਲੋਂ ਜਿਹੜਾ ਮਿਲਦਾ, ਜੋ ਗੁਰ ਦੀ ਆ ਸੋ ਮਨ ਕਹਿ ਕਾਮ। ਇਸ ਲਈ ਸਾਨੂੰ ਗੱਲ ਜਿਹੜੀ ਹੈ ਚੰਗੀ ਤਰ੍ਹਾਂ ਪੱਲੇ ਬੰਨ੍ਹ ਲੈਣੀ ਚਾਹੀਦੀ ਆ। ਤਾਂ ਫਿਰ ਮਹਾਰਾਜ ਜਿਹੜਾ ਆਪਾਂ ਸੁੱਖ ਦੀ ਜਿਹੜੀ ਪਰਿਭਾਸ਼ਾ ਗੁਰਬਾਣੀ ਕਰ ਰਹੀ ਆ, ਜੋ ਗੁਰੂ ਸਾਹਿਬ ਦੱਸ ਰਿਹਾ ਸਾਨੂੰ ਕਿ ਭਾਈ ਮੇਰੇ ਕੋਲ ਆਇਆ ਤੁਹਾਨੂੰ ਜਿਹੜਾ ਸੁੱਖ ਮਿਲੂਗਾ, ਉਹ ਸੁੱਖ ਦਾ ਰੂਪ ਆ ਜੇ। ਮਹਾਰਾਜ ਦਾ ਪਾਵਨ ਫਰਮਾਨ ਆ, ਸਤਿਗੁਰ ਮਿਲਿਆ ਸਦਾ ਸੁਖ, ਨਾ ਲੱਗਦਾ ਆਪੇ ਮੇਲੇ ਸੋਏ। ਪਰ ਫਿਰ ਨਾਲ ਅਗਲੀ ਪੰਕਤੀ ਵਿੱਚ ਹੀ ਸਪਸ਼ਟ ਕਰ ਦਿੱਤਾ ਕਿ ਕੋਈ ਟਪਲਾ ਨਾ ਖਾ ਜਾਏ, ਕੋਈ ਭੁਲੇਖਾ ਨਾ ਖਾ ਜਾਏ। ਇੱਥੇ ਮੈਂ ਗੱਲ ਹੋਰ ਸਾਂਝੀ ਕਰ ਦੇਵਾਂ, ਕਿਉਂਕਿ ਮੈਨੂੰ ਯਾਦ ਆ ਕਿ ਆਪਾਂ ਇੱਕ ਵਾਰ ਰੇਡੀਓ ਤੇ ਇੱਕ ਟਾਕ ਸ਼ੋਅ ਤੇ ਗੱਲ ਕਰ ਰਹੇ ਸੀ ਗੁਰਬਾਣੀ ਦੇ ਇੱਕ ਪੱਖ ਬਾਰੇ, ਤੇ ਇੱਕ ਸੱਜਣ ਜਿਹੜੇ ਸੀਗੇ ਤੇ ਉਹਨਾਂ ਨੇ ਬਾਅਦ ਵਿੱਚ ਹੋਸਟ ਤੋਂ ਫੋਨ ਕਰਕੇ ਦੱਸਿਆ ਕਿ ਜਿਹੜੇ ਧਾਰਮਿਕ ਲੋਕ ਹੁੰਦੇ ਆ ਜੀ, ਇਹ ਸਮੇਂ ਨਾਲ ਜਿਹੜੇ ਆ ਇਹ ਜਿਹੜੀ ਵਿਆਖਿਆ ਵੀ ਬਦਲ ਦਿੰਦੇ ਆ। ਦੇਖਦੇ ਆ ਕਿ ਜਿਹੋ ਜਿਹੀ ਜਿਹੜੀ ਆ ਲੋਕੀ ਜਿਹੋ ਜਿਹੀ ਉਹਨਾਂ ਦੀ ਹੈਗੀ ਆ, ਉਹਨਾਂ ਦੀ ਸੋਚ ਬਦਲ ਗਈ ਆ, ਜਾਂ ਸਾਇੰਸ ਨੇ ਉਹਨਾਂ ਨੂੰ ਚੈਲੰਜ ਕਰ ਦਿੱਤਾ ਤਾਂ ਬਦਲ ਦਿੰਦੇ ਆ। ਤਾਂ ਮੈਂ ਇਸ ਸੰਬੰਧ ਵਿੱਚ, ਕਿਉਂਕਿ ਇਸ ਬਾਰੇ ਵੀ ਕੋਈ ਕਹਿ ਸਕਦਾ ਸੱਜਣ, ਮੈਂ ਇੰਨੀ ਬੇਨਤੀ ਕਰਾਂ ਕਿ ਜੇਕਰ ਗੁਰਬਾਣੀ ਵਿੱਚੋਂ ਪੜ੍ਹ ਕੇ ਕੋਈ ਨਹੀਂ ਦੱਸਿਆ, ਕਿਸੇ ਨੇ ਨਹੀਂ ਪੜ੍ਹਿਆ, ਨਹੀਂ ਸਮਝਿਆ, ਇਹਦੇ ਵਿੱਚ ਕੋਈ ਗੁਰਬਾਣੀ ਦਾ ਕੋਈ ਦੋਸ਼ ਨਹੀਂ। ਗੁਰਬਾਣੀ ਦਾ ਸੱਚ ਤਾਂ ਅੱਜ ਵੀ ਸੱਚ ਆ, ਸਦੀਆਂ ਪਹਿਲਾਂ ਵੀ ਸੱਚ ਸੀ। ਤਾਂ ਜਿਹੜੀ ਪਰਿਭਾਸ਼ਾ ਜਿਹੜੀ ਆ, ਇਹ ਠੀਕ ਆ ਕਿ ਸਮੇਂ ਨਾਲ ਕੁਝ ਵਿਆਖਿਆ ਜਿਹੜੀ ਆ ਸ਼ਬਦਾਵਲੀ 'ਚ ਫਰਕ ਪੈ ਜਾਂਦਾ। ਜਿਹੜੀ ਨਵੇਂ ਜਿਹੜੇ ਆ ਦ੍ਰਿਸ਼ਟਾਂਤ ਆ, ਉਹ ਉਹਨਾਂ ਨੂੰ ਸਾਹਮਣੇ ਰੱਖ ਕੇ ਮਨੁੱਖ ਨੂੰ ਸਰਲ ਭਾਸ਼ਾ ਵਿੱਚ ਸਮਝਾਉਣਾ ਪੈਂਦਾ, ਸਮਝਾਇਆ ਜਾਂਦਾ, ਕੋਈ ਸ਼ੱਕ ਨਹੀਂ। ਪਰ ਜਿਹੜੀ ਬੇਸਿਕ ਮੂਲ ਚੀਜ਼ ਆ, ਉਹਨੂੰ ਨਹੀਂ ਬਦਲਿਆ ਜਾ ਸਕਦਾ। ਤਾਂ ਗੁਰਬਾਣੀ ਦਾ ਜਿਹੜਾ ਇਹ ਪਾਖਾ, ਜਿਹੜੀ ਪਰਿਭਾਸ਼ਾ ਜਿਹੜੀ ਆ, ਇਹ ਹੁਣ ਕੋਈ ਮੇਰਾ ਨੇ ਤੁਸੀਂ ਨਹੀਂ ਲਿਖੀ, ਇਹ ਗੁਰਬਾਣੀ ਵਿੱਚ ਹੀ ਆ। ਹੁਣ ਜੇ ਕੋਈ ਪੜ੍ਹ ਕੇ ਅੱਖਾਂ ਮੀਚ ਲੈਂਦਾ ਜਾਂ ਧਿਆਨ ਨਹੀਂ ਦਿੰਦਾ ਤੇ ਇਹਦੇ ਚੋਂ ਕੀ ਕੀਤਾ ਜਾ ਸਕਦਾ।
ਜੇ ਕੋਈ ਇਹਨੂੰ ਪੜ੍ਹ ਕੇ ਸੁਣਾ ਰਿਹਾ ਜਾਂ ਦੱਸ ਰਿਹਾ ਤਾਂ ਇਹ ਮਤਲਬ ਨਹੀਂ ਕਿ ਉਹਨੇ ਕੋਈ ਨਵੀਂ ਖੋਜ ਕਰ ਦਿੱਤੀ ਆ। ਨਵੀਂ ਖੋਜ ਕੋਈ ਨਹੀਂ ਗੀ, ਇਹ ਬਾਣੀ ਦਾ ਹੀ ਭਾਖਾ ਕਿ ਮਹਾਰਾਜ ਆ ਪਰਿਭਾਸ਼ਾ ਕਰਦੇ ਅੱਗੇ ਕਿ ਸੁਖ ਹੈ ਇਹ ਵਿਵੇਕ ਹੈ, ਅੰਤਰ ਨਿਰਮਲ ਹੋਏ। ਕਿ ਜਿਹੜਾ ਸੁਖ ਸਤਿਗੁਰੂ ਨੂੰ ਮਿਲਿਆ, ਗੁਰੂ ਦੀ ਮੱਤ ਨੂੰ ਅਪਣਾਇਆ, ਗੁਰੂ ਦੇ ਦੱਸੇ ਰਾਹ ਤੇ ਤੁਰੇ ਆ, ਜਿਹੜਾ ਸੁਖ ਮਿਲਦਾ ਉਹ ਸੁਖ ਦੀ ਪਹਿਚਾਨ ਇਹ ਆ ਕਿ ਅੰਤਰ ਨਿਰਮਲ ਹੋਏ। ਕਿ ਉਸ ਮਨੁੱਖ ਦਾ ਜਿਹਨੇ ਗੁਰੂ ਦੀ ਮੱਤ ਲਈ ਆ ਉਹਦਾ ਅੰਦਰਲਾ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਉਥੇ ਵਿਕਾਰਾਂ ਦੀ, ਵਾਸ਼ਨਾਵਾਂ ਦੀ ਕੋਈ ਜਿਹੜੀ ਗੰਦਗੀ ਆ, ਮਲੀਨਤਾ ਇਹ ਨਹੀਂ ਰਹਿੰਦੀ। ਭਾਵ ਜਿਹੜੇ ਮੰਦ ਸੰਸਕਾਰ ਆ ਉਹ ਗੁਰੂ ਦੀ ਮੱਤ ਦੇ ਨਾਲ ਉਹ ਮੰਦ ਸੰਸਕਾਰਾਂ ਦਾ ਪ੍ਰਭਾਵ ਖਤਮ ਹੋ ਜਾਂਦਾ। ਉਹਦਾ ਅੰਦਰਲਾ ਜਿਹੜਾ ਉਹ ਸ਼ਵਚ ਹੋ ਜਾਂਦਾ, ਨਿਰਮਲ ਹੋ ਜਾਂਦਾ। ਫਿਰ ਅੱਗੇ ਆਖਿਆ ਕਿ ਅਗਿਆਨ ਕਾ ਭ੍ਰਮ ਕੱਟੀ ਹੈ ਕਿ ਉਹਦੇ ਅੰਦਰ ਜਿਹੜੀ ਅਗਿਆਨਤਾ ਸੀ, ਉਹ ਅਗਿਆਨਤਾ ਜਿਹੜੀ ਆ ਇਹ ਸਰੀਰ ਵਿੱਚ ਨਹੀਂ ਮਨ ਵਿੱਚ ਹੁੰਦੀ ਆ। ਜਿਵੇਂ ਪਹਿਲਾਂ ਆਪਾਂ ਜ਼ਿਕਰ ਕਰ ਆਏ ਹਾਂ ਕਿ ਜੋ ਗੁਰ ਦੀਆ ਸੋ ਮਨ ਕਿਆ ਕਾਮ। ਤੋ ਜੋ ਮਨ ਵਿੱਚ ਅਗਿਆਨਤਾ ਸੀ, ਅਗਿਆਨਤਾ ਜਿਹੜੀ ਅਸੀਂ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਦੀ ਘਾੜਤ ਨਹੀਂ ਸੀ ਕਰੀ ਹੋਈ, ਜੋ ਸਾਨੂੰ ਸਮਾਜ ਨੇ, ਮਾਪਿਆਂ ਨੇ, ਚੌਗਿਰਦੇ ਨੇ ਜੋ ਕੁਝ ਸਾਡੇ ਅੰਦਰ ਪਾਇਆ ਸੀਗਾ ਜਾਂ ਅਸੀਂ ਉਹਨਾਂ ਤੋਂ ਜੋ ਸਿੱਖਿਆ ਸਮਝਿਆ, ਸਾਡੇ ਮਨ ਦੀ ਵੈਸੀ ਹੀ ਘਾੜਤ ਬਣੀ ਹੋਈ ਸੀ। ਉਹ ਜੇ ਸਾਡੇ ਵਿਚਾਰ ਬਣ ਗਏ ਸੀ, ਸਾਡੇ ਸੰਸਕਾਰ ਸੀ, ਉਹ ਜੀ ਸਾਡੀ ਸੋਚ ਨਹੀਂ ਬਣ ਚੁੱਕੀ ਸੀ। ਪਰ ਜਦੋਂ ਅਸੀਂ ਗੁਰੂ ਦੀ ਮੱਤ ਲਈ, ਗੁਰੂ ਦੀ ਸ਼ਰਨ ਵਿੱਚ ਆਏ ਤਾਂ ਸਾਡਾ ਇਹ ਜਿਹੜਾ ਪਹਿਲਾ ਇਹ ਜਿਹੜੀ ਅਗਿਆਨਤਾ ਜਿਹੜੀ ਆ, ਬੇਸਮਝੀ ਆ, ਇਹ ਸਾਰੀ ਦੀ ਸਾਰੀ ਮਿਟ ਗਈ, ਦੂਰ ਹੋ ਗਈ ਔਰ ਗਿਆਨ ਪ੍ਰਾਪਤ ਹੋਏ। ਸਾਨੂੰ ਸੱਚਾ ਗਿਆਨ, ਉਹ ਗਿਆਨ ਜਿਹੜਾ ਗਿਆਨ ਸਾਨੂੰ ਆਪੇ ਦੀ ਸੋਝੀ ਬਖਸ਼ਦਾ। ਧਿਆਨ ਰਹੇ ਗਿਆਨ ਤੋਂ ਭਾਵ ਸਧਾਰਨ ਨੌਲੇਜ ਨਹੀਂ, ਜਿਹੜੀ ਅਸੀਂ ਕਿਤਾਬਾਂ ਵਿੱਚੋਂ ਪੜ੍ਹ ਕੇ ਜਾਂ ਸੁਣ ਕੇ ਜਾਂ ਦੇਖ ਕੇ ਅਸੀਂ ਹਾਸਲ ਕਰਦੇ ਹਾਂ, ਇਸ ਗਿਆਨ ਦੀ ਗੱਲ ਨਹੀਂ। ਗੁਰਬਾਣੀ ਜਿਹੜੀ ਜਿਹਨੂੰ ਗਿਆਨ ਨੂੰ ਸਲਾਉਂਦੀ ਆ, ਉਹ ਗਿਆਨ ਜਿਹੜਾ ਤੁਹਾਡਾ ਨਿੱਜੀ ਤਜਰਬਾ ਜੋ ਤੁਹਾਡੇ ਅਨੁਭਵ ਵਿੱਚੋਂ ਨਿਕਲਦਾ, ਜਿਸ ਨੂੰ ਤੁਸੀਂ ਖੁਦ ਮਾਣਿਆ ਹੋਇਆ। ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਗੁਰੂ ਦੀ ਮੱਤ ਲਵਾਂਗੇ ਤਾਂ ਉਸ ਤੋਂ ਸੁੱਖ ਮਿਲਦਾ। ਸੁੱਖ ਦਾ ਰੂਪ ਇਹ ਆ ਕਿ ਸਾਡੀ ਅਗਿਆਨਤਾ ਮਿਟਦੀ ਆ ਅਤੇ ਸਾਡੇ ਅੰਦਰ ਜਿਹੜਾ ਗਿਆਨ ਆ, ਆਤਮਿਕ ਸੋਝੀ ਆ, ਇਹਦਾ ਪ੍ਰਕਾਸ਼ ਹੁੰਦਾ। ਉਹ ਫਿਰ ਨਾਨਕ ਏਕੋ ਨਦਰੀ ਆਇਆ, ਜਾਂ ਦੇਖਾ ਤਾਂ ਸੋਏ। ਫਿਰ ਸਾਨੂੰ ਹਰ ਪਾਸੇ ਇਹ ਜਦੋਂ ਸਾਡੀ ਅਗਿਆਨਤਾ ਮਿਟ ਗਈ ਤਾਂ ਫਿਰ ਸਾਨੂੰ ਹਰ ਪਾਸੇ ਉਹ ਇੱਕ ਹੀ ਅਨੇਕਤਾ ਵਿੱਚ ਦਿਖਾਈ ਦੇਊਗਾ। ਫਿਰ ਜੋ ਸਾਡੇ ਅੰਦਮਾਨਾਂ ਚ ਵਿਤਕਰੇ ਆ, ਜੋ ਮੇਰ ਤੇਰ ਆ, ਜੋ ਹਉ ਵਿੱਚ ਅਸੀਂ ਫੁੰਕਾਰੇ ਮਾਰਦੇ ਆ, ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹੂਗਾ। ਇਹਨੂੰ ਗੁਰੂ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜਦੋਂ ਆਨੰਦ ਸਾਹਿਬ ਵਿੱਚ ਕਹਿੰਦੇ ਆ ਕਿ ਆਨੰਦ ਆਨੰਦ ਸਭ ਕੋ ਕਾ ਹੈ, ਆਨੰਦ ਗੁਰੂ ਤੇ ਜਾਣਿਆ। ਉਹ ਜਿੱਦਾਂ ਹਰ ਕੋਈ ਕਹਿੰਦਾ ਬੜੇ ਆਨੰਦ ਚ, ਬੜੇ ਮਜ਼ੇ ਚ, ਪਰ ਗੁਰੂ ਸਾਹਿਬ ਕਹਿੰਦੇ ਆ ਕਿ ਅਸਲ ਜਿਹੜਾ ਆਨੰਦ ਆ, ਕਿਉਂਕਿ ਮਨ ਦੀ ਇੱਕ ਦਸ਼ਾ, ਉਹ ਅਸਲ ਵਿੱਚ ਤਾਂ ਗੁਰੂ ਕੋਲੋਂ ਮਿਲਦਾ। ਭਾਵ ਗੁਰੂ ਦੀ ਮੱਤ ਲਿਆ, ਗੁਰੂ ਦੀ ਸਿੱਖਿਆ ਨੂੰ ਅਪਣਾਇਆ, ਗੁਰੂ ਦੀ ਸਿੱਖਿਆ ਨੂੰ ਪੜ੍ਹ ਬੁੱਝ ਸਮਝ ਕੇ ਉਹਨੂੰ ਅਪਣਾਇਆ। ਉਹ ਮਹਾਰਾਜ ਆਪ ਹੀ ਇਹਦੀ ਹੋਰ ਵਿਆਖਿਆ ਕਰਦੇ ਆ ਕਿ ਉਹ ਕਹਿੰਦੇ ਆ ਕਿ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਿ ਜਿਸ ਕਿਸੇ ਨੂੰ ਵੀ ਇਹ ਸੁੱਖ ਮਿਲਿਆ, ਆਨੰਦ ਮਿਲਿਆ, ਤਾਂ ਇਹ ਆਨੰਦ ਗੁਰੂ ਕੋਲੋਂ ਹੀ ਮਿਲਿਆ। ਭਾਵ ਇਹ ਜਿਹੜਾ ਗਿਆਨ ਆ, ਇਹ ਸੋਝੀ ਜਿਹੜੀ ਆ, ਇਸ ਸੋਝੀ ਦੁਆਰਾ ਹੀ ਇਹ ਸੰਭਵ ਆ। ਹੋਰ ਫਿਰ ਆਖਿਆ ਕਿ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਕਿ ਗੁਰੂ ਉਹਨਾਂ ਦੇ ਜਿਹੜੀ ਬੁੱਧੀ ਰੂਪੀ ਨੇਤਰ ਆ, ਇਹਨਾਂ ਵਿੱਚ ਗਿਆਨ ਦਾ ਸੁਰਮਾ ਪਾਉਂਦਾ। ਅੰਜਨ ਦਾ ਭਾਵ ਸੁਰਮਾ, ਗਿਆਨ ਅੰਜਨ ਸਾਰਿਆ। ਭਾਵ ਉਹਨਾਂ ਦੇ ਅੱਖਾਂ ਵਿੱਚ, ਇਹਨਾਂ ਬੁੱਧੀ ਰੂਪੀ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾਇਆ, ਜਿਸ ਕਾਰਨ ਉਹਨਾਂ ਦਾ ਜਿਹੜਾ ਭਰਮ ਸੀ, ਅਗਿਆਨਤਾ ਸੀ, ਬੇਸਮਝ ਸੀ, ਦੂਰ ਹੋ ਗਈ। ਔਰ ਫਿਰ ਆਖਿਆ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਔਰ ਫਿਰ ਇਹਨੂੰ ਦੁਹਰਾਉਂਦੇ ਆਖਦੇ ਆ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਿ ਇਹ ਆਨੰਦ ਆ, ਇਹ ਸੁੱਖ ਆ ਕਿ ਜਿਹੜਾ ਗੁਰੂ ਕੋਲੋਂ ਮਿਲਦਾ। ਤੋ ਗੁਰਬਾਣੀ ਵਿੱਚ ਇਸ ਭਾਵ ਨੂੰ ਗੁਰੂ ਸਾਹਿਬ ਨੇ ਇੱਥੇ ਹੀ ਨਹੀਂ ਬਲਕਿ ਹੋਰ ਕਈ ਥਾਈਂ ਇਸ ਨੂੰ ਬੜੇ ਸਪਸ਼ਟ ਨਿਰਣਾਇਕ ਰੂਪ ਵਿੱਚ ਸਾਡੇ ਸਾਹਮਣੇ ਰੱਖਿਆ। ਫਿਰ ਜਿਹੜਾ
ਗੁਰੂ ਸਾਹਿਬ ਜਦੋਂ ਕਹਿੰਦੇ ਆ ਕਿ ਸਰਬ ਸੁੱਖਾਂ ਸੁਖ ਸਾਚਾ ਇਹ ਗੁਰੂ ਉਪਦੇਸ਼ ਮਨੈ ਮੈਂ ਲੈ, ਕਿ ਸਭ ਤੋਂ ਵੱਡਾ ਸੁੱਖ ਇਹ ਆ ਕਿ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲੈਣਾ। ਇਹ ਗੁਰਬਾਣੀ ਵਿੱਚੋਂ ਹੀ ਆ ਜਿਸ ਸੁੱਖ ਦੀ ਮਹਾਰਾਜ ਗੱਲ ਕਰ ਰਹੇ ਆ ਕਿ ਪ੍ਰਭੂ ਦੀ ਸ਼ਰਨ ਵਿੱਚ ਆਇਆ ਸੁੱਖ ਮਿਲੂਗਾ। ਉਹ ਸੁੱਖ ਦਾ ਰੂਪ ਇਹ ਆ, ਗੁਰੂ ਸਾਹਿਬ ਕਹਿੰਦੇ ਆ ਸਭ ਤੋਂ ਸ੍ਰੇਸ਼ਟ ਉਤਮ ਸੁੱਖ ਇਹ ਆ ਕਿ ਮਨੁੱਖ ਦਾ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਣਾ। ਪਰ ਜਦੋਂ ਮਹਾਰਾਜ ਕਹਿੰਦੇ ਆ ਕਿ ਜਨ ਕੇ ਚਰਨ ਵਸੈ ਮੇਰੇ ਹੀ ਯਾਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਐ ਸੁਖੇ ਹੀ। ਕਹਿੰਦੇ ਮੇਲੇ ਹੀ ਸਭ ਤੋਂ ਵੱਡਾ ਸੁੱਖ ਆ। ਤੋ ਗੱਲ ਕੀ ਕਿ ਗੁਰਬਾਣੀ ਵਿੱਚ ਸੁੱਖ ਦਾ ਜਿਹੜਾ ਰੂਪ ਆ ਉਹ ਬੜਾ ਸਪਸ਼ਟ ਰੂਪ ਵਿੱਚ ਸਾਨੂੰ ਦਰਸਾਇਆ ਹੋਇਆ ਕਿ ਸਾਨੂੰ ਗੁਰੂ ਕੋਲੋਂ ਆਹ ਸੁੱਖ ਮਿਲਦਾ। ਇਹ ਸੁੱਖ ਜਿਹੜਾ ਇਹ ਸਾਨੂੰ ਕੋਈ ਨਹੀਂ ਦੇ ਸਕਦਾ, ਇਹ ਸਾਡੇ ਅੰਦਰੋਂ ਹੀ ਉਤਪੰਨ ਹੁੰਦਾ, ਪੈਦਾ ਹੁੰਦਾ, ਔਰ ਇਹ ਸੁੱਖ ਨੂੰ ਸਾਤੋਂ ਕੋਈ ਖੋ ਨਹੀਂ ਸਕਦਾ। ਵੱਡੀ ਗੱਲ ਇਹ ਆ ਕਿ ਇਹ ਸੁੱਖ ਜਿਹਨੂੰ ਆਨੰਦ ਆਖਿਆ, ਸਹਿਜ ਆਖਿਆ, ਇਸ ਨੂੰ ਕੋਈ ਖੋ ਨਹੀਂ ਸਕਦਾ, ਕੋਈ ਚੁਰਾ ਨਹੀਂ ਸਕਦਾ। ਇਸ ਲਈ ਭਾਵੇਂ ਕਿਹੋ ਜਿਹੀਆਂ ਵੀ ਪ੍ਰਸਥਿਤੀਆਂ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਨੇ ਸੁੱਖ ਮਾਣਿਆ ਉਹਨਾਂ ਨੂੰ ਤਤੀਆਂ ਲੋਹਾਂ ਤੇ ਬਿਠਾਇਆ ਗਿਆ, ਉਹਨਾਂ ਨੂੰ ਦੇਗਾਂ ਵਿੱਚ ਉਬਾਲਿਆ ਗਿਆ, ਉਹਨਾਂ ਦੇ ਤਨ ਚੀਰੇ ਗਏ, ਚਰਖੀਆਂ ਤੇ ਚਾੜਿਆ ਗਿਆ, ਬੰਦ ਕੱਟੇ ਗਏ, ਪਰ ਉਹਨਾਂ ਦਾ ਇਹ ਸੁੱਖ ਜਿਹੜਾ ਇਹ ਸੁੱਖ ਉਹ ਖੋ ਨਹੀਂ ਸਕੇ। ਕਬੀਰ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਬਾਣੀ ਵਿੱਚ ਕਿ ਜਿਹੜੇ ਉਦੋਂ ਜਦੋਂ ਉਹਨਾਂ ਨੂੰ ਜਿਹੜੇ ਸੱਚ ਦੇ ਮਾਰਗ ਦੇ ਤੁਰੇ ਆ, ਲੋਕਾਂ ਨੂੰ ਤੋਰ ਰਹੇ ਆ, ਉਹਦੇ ਝੂਠ ਦੇ ਮੁਦਈ ਜਿਹੜੇ ਆ, ਕਥਿਤ ਧਾਰਮਿਕ ਠੇਕੇਦਾਰ ਬਣੇ ਹੋਏ ਆ, ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਕਿਉਂਕਿ ਉਹਨਾਂ ਦੀ ਦੁਕਾਨਾਂ ਬੰਦ ਹੋ ਰਹੀਆਂ, ਲੋਕਾਂ ਨੂੰ ਸਮਝ ਆ ਰਹੀ ਆ। ਤਾਂ ਕਬੀਰ ਸਾਹਿਬ ਨੂੰ ਰਸਤੇ ਵਿੱਚ ਉਠਾਉਣ ਦਾ ਯਤਨ ਕਰਦੇ ਆ, ਜਿਵੇਂ ਜਿਵੇਂ ਕੋਸ਼ਿਸ਼ ਕਰਦੇ ਆ ਕਬੀਰ ਜੀ ਨੂੰ ਸਤਾਉਣ ਦੀ। ਤਾਂ ਕਬੀਰ ਸਾਹਿਬ ਉਸੇ ਚੜ੍ਹਦੀਆਂ ਕਲਾਂ ਵਿੱਚ ਵਿਚਰ ਰਹੇ ਆ। ਕਬੀਰ ਸਾਹਿਬ ਨੂੰ ਗੱਲ ਸਮਝਾਉਂਦੇ ਆਖਦੇ ਆ ਕਿ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚ ਤੇਰੇ ਹੋ ਸਮਾਏ। ਤੇ ਭਾਈ ਤਨ ਨੂੰ ਤਸੀਹੇ ਦੇਣ ਨਾਲ, ਡਰਾਉਣ ਨਾਲ, ਇਸ ਤਰ੍ਹਾਂ ਰੁਕਾਵਟਾਂ ਖੜੀਆਂ ਕਰਨ ਨਾਲ ਕੁਝ ਨਹੀਂ ਵਿਗੜਦਾ ਜਿਹਦਾ ਮਨ ਪ੍ਰਭੂ ਚਰਨਾਂ ਵਿੱਚ ਜੁੜਿਆ ਹੋਇਆ। ਪ੍ਰਭੂ ਚਰਨਾਂ ਵਿੱਚ ਜੁੜਿਆ ਭਾਵ ਜਿਹਨੇ ਰੱਬ ਦੀ ਰਜ਼ਾ ਨੂੰ ਸਮਝ ਲਿਆ, ਜਿਹੜਾ ਹੁਕਮੀ ਬੰਦਾ ਬਣ ਗਿਆ, ਉਹਨੂੰ ਕੋਈ ਮੁਸੀਬਤ, ਕੋਈ ਔਕੜ, ਕੋਈ ਕਠਿਨਾਈ, ਕਿਸੇ ਤਰ੍ਹਾਂ ਦੀ ਪ੍ਰਸਥਿਤੀ ਉਸ ਮਨੁੱਖ ਨੂੰ ਡੁਲਾਉਣ ਦੀ ਸਮਰੱਥ ਜਿਹੜੀ ਆ ਉਹ ਨਹੀਂ ਹੁੰਦੀ, ਕਾਮਯਾਬ ਨਹੀਂ ਹੁੰਦੀ। ਤਾਂ ਬਾਣੀ ਵਿੱਚੋਂ ਸਾਨੂੰ ਆਹ ਸੁੱਖ ਮਿਲਦਾ ਜਿਹੜਾ ਕਿ ਬਾਣੀ ਨੂੰ ਪੜ੍ਹਿਆ, ਵਿਚਾਰਿਆ, ਸਾਡੀ ਝੋਲੀ ਵਿੱਚ ਪੈਂਦਾ। ਠੀਕ ਹੈ, ਤੁਸੀਂ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਕਿ ਸੁੱਖ ਦੀ ਡੈਫੀਨੇਸ਼ਨ ਕੀ ਹੈ, ਅਸੀਂ ਕਿਹੜਾ ਸੁੱਖ ਪਾਲਦੇ ਹਾਂ, ਔਰ ਕੀ ਅਸੀਂ ਗੁਰੂ ਮਹਾਰਾਜ ਕੋਲੋਂ ਜਾ ਕੇ ਗੁਰਦੁਆਰਿਆਂ ਵਿੱਚ ਜਿਹੜੀਆਂ ਮੰਨਤਾਂ ਵੀ ਮੰਨਦੇ ਹਾਂ। ਅਸੀਂ ਪਹਿਲੇ ਵੀ ਗੱਲ ਕੀਤੀ ਹੈ ਵੀ ਕਿ ਕਿਹੋ ਜਿਹੇ ਸੁੱਖ ਮੰਗਦੇ ਹਾਂ, ਤੇ ਸਾਨੂੰ ਬਾਣੀ ਜਿਹੜੀ ਸੁੱਖ ਦੀ ਡੈਫੀਨੇਸ਼ਨ ਦੇ ਰਹੀ ਹੈ ਕਿ ਸਾਨੂੰ ਉਹ ਸੁੱਖ ਨਹੀਂ ਮੰਗਣਾ ਚਾਹੀਦਾ। ਇਹ ਬੜੀ ਇੰਪੋਰਟੈਂਟ ਗੱਲ ਹੈ। ਅਸੀਂ ਇੱਕ ਜਿਹੜੀ ਹੋਰ ਤੁਸੀਂ ਗੱਲ ਕੀਤੀ ਸੰਤੋਖ ਦੀ, ਜੇ ਸੰਤੋਖ ਵਿੱਚ ਅਸੀਂ ਆਵਾਂਗੇ ਤੇ ਸੁੱਖ ਆਪਣੇ ਆਪ ਬਣੇਗਾ, ਕਿਉਂਕਿ ਸੁੱਖ ਦਾ ਇੱਕ ਪਹਿਲੂ ਸੰਤੋਖ ਵੀ ਹੈ ਕਿ ਜਿਹੜਾ ਬੰਦਾ ਸੰਤੋਖ ਵਿੱਚ ਨਹੀਂ ਆਉਂਦਾ ਉਹ ਹਰ ਵੇਲੇ ਦੁਖੀ ਰਹਿੰਦਾ, ਉਹ ਲਾਲਚ ਵਿੱਚ ਰਹਿੰਦਾ, ਹੋਰ ਚੀਜ਼ਾਂ ਵਿਕਾਰਾਂ ਵਿੱਚ ਵੀ ਰਹਿੰਦਾ। ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸੁੱਖ ਬਾਰੇ ਦੱਸਿਆ। ਮੈਂ ਦੁਨੀਆਂ ਵਿੱਚ ਥੋੜਾ ਤੁਸੀਂ ਗੱਲ ਕੀਤੀ ਹੈ, ਮੈਨੂੰ ਯਾਦ ਆ ਗਈ ਕਿ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਅਸੀਂ ਸੁੱਖ ਸਮਝਦੇ ਹਾਂ ਜਾਂ ਗੁਰੂ ਕੋਲੋਂ ਮੰਗਦੇ ਹਾਂ, ਗੁਰੂ ਨੇ ਉਹਨਾਂ ਬਾਰੇ ਬੜਾ ਕਲੀਅਰ ਆਖਿਆ ਹੋਇਆ ਕਿ ਇਹਨਾਂ ਵਿੱਚੋਂ ਨਾ ਕਿਸੇ ਸੁੱਖ ਮਿਲਿਆ ਨਾ ਮਿਲ ਸਕਦਾ। ਜਿਵੇਂ ਮਹਾਰਾਜ ਥਾਂ ਕਹਿੰਦੇ ਆ ਕਿ ਪੁੱਤਰ ਲਤ ਲక్ష్ਮੀ ਮਾਇਆ, ਇਨ ਤੇ ਕਹੋ ਕਵਨੇ ਸੁਖ ਪਾਇਆ। ਠੀਕ ਕਹਿੰਦੇ ਸਵਾਲ ਉਠਾਉਂਦੇ ਆ ਕਿ ਦੱਸੋ ਕਿਸੇ ਨੂੰ ਨਹੀਂ ਲੱਭਾ ਪਾਓ, ਕਿਸੇ ਨੂੰ ਇਹਨਾਂ ਵਿੱਚੋਂ ਸੁੱਖ ਲੱਭਾ ਹੀ ਨਹੀਂ ਜਿਹੜਾ ਕਿਸੇ ਗੁਰੂ ਕੋਲ ਜਾ ਕੇ ਲੱਭਦੇ ਆ, ਜਾਂ ਮੇਰੇ ਵਰਗੇ ਕਹਿੰਦੇ ਆ ਕਿ ਆਓ ਤੁਹਾਨੂੰ ਆਹ ਮਿਲੂਗਾ, ਉਹ ਮਿਲੂਗਾ। ਜੀ ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਸਾਰੇ ਸਰੋਤਿਆਂ ਨੂੰ ਫਿਰ ਤੋਂ ਬੇਨਤੀ ਕਰਦੇ ਹਾਂ, ਪਲੀਜ਼ ਇਹਨਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਜੁੜਨ। ਸੋ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।